भाई भाई जी आ मुंडिया दी सुनो ਮੰਗ ਪੱਤਰ ਹੀ ਮੰਗ ਪੱਤਰ ਲੈ ਫੜਾ ਲੈ ਯਾਰ ਲੈ ਫੜਾਓ ਆ ਬਾਈ ਪਿੱਟੀ ਜੀ ਨੂੰ ਫੜਾਓ ਮੰਗ ਪੱਤਰ ਦੇ ਦਿਓ ਆ ਫੜਾ ਆ ਜਾ ਲੈ ਫੜਾ ਮੰਗ ਪੱਤਰ ਜਿਹੜਾ ਕੋਈ ਪਹਿਲਾਂ 1 ਮਿੰਟ ਮੈਂ ਗੱਲ ਮਸਲਾ ਇੰਨਾ ਹੀ ਹੈ ਜੀ ਸਰ ਵੀ ਤੁਸੀਂ ਆਪ ਜਾਣਦੇ ਹੋ 25 ਸਾਲ ਹੋ ਗਏ ਸਰਕਾਰੀ ਕਾਲਜਾਂ 'ਚ ਰੈਗੂਲਰ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ। ਅਸੀਂ ਇਹ ਮਿਹਰਬਾਨੀ ਮੰਨਦੇ ਹਾਂ ਵੀ ਤੁਹਾਡੇ ਟੈਨਿਓਰ ਦੇ ਵਿੱਚ ਜਦੋਂ ਪ੍ਰਗਟ ਸਿੰਘ ਜੀ ਸਿੱਖਿਆ ਮੰਤਰੀ ਸੀਗੇ ਉਹਨਾਂ ਨੇ ਭਰਤੀ ਕੱਢੀ 1158। ਮਸਲਾ ਇਹ ਆ ਵੀ ਹਾਈ ਕੋਰਟ ਦੇ ਵਿੱਚ ਉਹ ਭਰਤੀ ਲਟਕੀ ਜਾਂਦੀ ਆ 600-700 ਸਾਡਾ ਬੰਦਾ ਪੁਰਾਣੀਆਂ ਨੌਕਰੀਆਂ ਛੱਡ ਕੇ ਆਇਆ ਫੈਲੋਸ਼ਿਪਾਂ ਛੱਡ ਕੇ ਆਇਆ ਆਦਾ ਭਵਿੱਖੋ ਦਾ ਤੇ ਲਾਈ ਬੈਠਾ। ਉੱਥੇ ਜਿਹੜੀ ਪੈਰਵਾਈ ਆ ਅਸੀਂ ਇੰਨੀ ਮੰਗ ਕਰਦੇ ਆ ਵੀ ਪੈਰਵਾਈ ਚੱਜ ਨਾਲ ਕੀਤੀ ਜਾਵੇ ਭਰਤੀ ਸਿਰੇ ਚੜਾਈ ਜਾਵੇ। ਨਾਲੇ ਇਹ ਗੱਲ ਵੀ ਤੁਹਾਡੇ ਫੇਵਰ ਦੀ ਆ ਗੱਲ ਇਹ ਹੈ ਵੀ ਪਿਛਲੀਆਂ 5-7 ਸੁਣਵਾਈਆਂ ਤੋਂ ਲਗਾਤਾਰ ਤਰੀਕ ਪੈ ਰਹੀ ਆ ਤੇ ਉੱਥੇ 57 ਰਿਟਾਂ ਸੀਗੀਆਂ। ਹਾਈ ਕੋਰਟ ਦੇ ਜੱਜ ਨੇ ਇਹ ਕਹਿਤਾ ਸੀ ਵੀ ਹਰੇਕ ਰਿਟ ਨੂੰ ਲੈ ਕੇ 50,000 ਰੁਪਇਆ ਜੁਰਮਾਨਾ ਪਊਗਾ ਫੇਰ ਕਿਤੇ ਜਾ ਕੇ 27 ਜਵਾਬ ਫਾਈਲ ਹੋਏ ਆ। ਅਸੀਂ ਸਰ ਮਜਬੂਰੀ ਬਸ ਆਏ ਆ ਇੱਥੇ ਵੀ ਜਿਹੜੀ ਪੈਰਵਾਈ ਆ ਉਹ ਜੇ ਸੁਚੱਜੇ ਢੰਗ ਨਾਲ ਹੋ ਜੂ ਭਰਤੀ ਸਿਰੇ ਚੜ ਜੂਗੀ। ਆਦਰਨੀय ਪ੍ਰੋਫੈਸਰ ਸਾਹਿਬ ਤੁਸੀਂ ਹੋਰ ਕੋਈ ਗੱਲ ਰਹਿ ਗਈ ਤੁਹਾਡੀ? ਅਸੀਂ ਤਾਂ ਫਿਲਹਾਲ ਇੰਨੀ ਹੀ ਕਹਿਣੀ ਹੈ ਜੀ। ਸੁਣੋ ਫਿਰ ਗੱਲ। ਹਾਂਜੀ ਜਨਤਾ ਵੀ ਸੁਣੇ ਜ਼ਰਾ। ਹਾਂਜੀ ਅੱਜ ਕੱਲ ਜਿਹੜਾ ਲੀਡਰ ਹੈ ਉਹ ਹਰੇਕ ਬੰਦੇ ਦਾ ਉਹਨਾਂ ਨੂੰ ਲੀਡਰ ਲੋਕਾਂ ਨੂੰ ਲੱਗਦਾ ਕਿ ਇੱਕ ਕ੍ਰਿਮੀਨਲ ਬੰਦਾ ਤੁਰਿਆ ਫਿਰਦਾ ਲੀਡਰ। ਇਹ ਪ੍ਰੋਫੈਸਰ ਸਾਹਿਬ ਨੇ ਅਸੀਂ ਇਹਨਾਂ ਦੀ ਭਰਤੀ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਚੈਲੰਜ ਕਰਤੀ ਕਿਸੇ ਬੰਦੇ ਨੇ ਸ਼ਿਕਾਇਤ ਕਰਤੀ ਉਹ ਸ਼ਿਕਾਇਤ ਤੋਂ ਬਾਅਦ ਸਟੇ ਲੱਗ ਗਿਆ। ਅਸੀਂ ਚਾਹੁੰਦੇ ਸੀ ਅਸੀਂ ਇਹਨਾਂ ਨੂੰ ਕਈਆਂ ਲੋਕਾਂ ਨੂੰ ਲੈਟਰ ਵੰਡਤੇ। ਹੁਣ ਮੈਨੂੰ ਇੱਕ ਗੱਲ ਦੱਸ ਦਿਓ ਸਾਰੇ ਤੁਸੀਂ ਜਨਤਾ ਵੀ ਖੜੀ ਹੈ ਮੇਰੇ ਭਰਾ ਪ੍ਰੋਫੈਸਰ ਸਾਹਿਬਾਨ ਵੀ ਖੜੇ ਇਹਦੇ 'ਚ ਕੋਈ ਸਾਡਾ ਕਸੂਰ ਹੈਗਾ? ਪਰ ਨਾ ਸੁਣੋ ਸਾਡੇ ਆਲਰੇਡੀ ਵਕੀਲ ਲੜਾਈ ਲੜ ਰਹੇ ਨੇ। ਕਿਰਪਾ ਕਰਕੇ ਮੇਰੀ ਪੱਤਰਕਾਰਾਂ ਨੂੰ ਵੀ ਬੇਨਤੀ ਹੈ ਕਿ ਸੱਚ ਦਿਖਾਉਣਾ ਪਸੰਦ ਕਰੋ। ਇਹ ਜਦੋਂ ਹਾਈ ਕੋਰਟ 'ਚ ਜਦੋਂ ਸਟੇਟ ਵਰਸਸ ਅਸੀਂ ਹੈ ਤੇ ਨੈਚੁਰਲੀ ਸਟੇਟ ਲੜ ਰਹੀ ਹੈ ਪ੍ਰੋਫੈਸਰ ਕਿਉਂਕਿ ਉਹ ਕਹਿੰਦੇ ਕਿ ਗੁਨਾਹ ਅਸੀਂ ਕੀਤਾ ਹੈ। ਜਿਹਨੇ ਸ਼ਿਕਾਇਤ ਪਾਈ ਉਹ ਕਹਿੰਦੀ ਸਰਕਾਰ ਨੇ ਗੁਨਾਹ ਕੀਤਾ ਹੈ ਤੇ ਸਰਕਾਰ ਕਟਹਿਰੇ 'ਚ ਖੜੀ ਅਸੀਂ ਲੜਾਈ ਲੜ ਰਹੇ ਹਾਂ। ਅਸੀਂ 1158 ਇਹ ਭਰਤੀ ਅਸੀਂ ਇਹ ਕ੍ਰੈਡਿਟ ਲੈਣਾ ਚਾਹੁੰਦੇ ਸੀ ਕਿ ਅਸੀਂ ਭਰਤੀ ਕਰਕੇ ਬੰਦੇ ਦਾਖਲ ਕਰਤੇ ਪਰ ਹੁਣ ਕੋਰਟ ਨੇ ਸਟੇ ਦਿੱਤਾ। ਹੁਣ ਤੁਸੀਂ ਲੋਕ ਤਾਂ ਕਹਿੰਦੇ ਰਾਜੇ ਵੜਿੰਗ ਨੇ ਬੱਸਾਂ ਦੀ ਪੈਰਵਾਈ ਨਹੀਂ ਕੀਤੀ ਇਸ ਕਰਕੇ ਹਾਈ ਕੋਰਟ ਨੇ ਬੱਸਾਂ ਛੱਡਤੀਆਂ। ਨਹੀਂ ਚੈਲੰਜ ਕੌਣ ਕਰ ਰਿਹਾ? ਚੈਲੰਜ ਜਿਹੜੀ ਆਮ ਜਨਤਾ ਕੋਈ ਇਹਨਾਂ ਦੇ ਨਾਲ ਦੀ ਸਾਥੀਗਣ ਹੋਰ ਕੌਣ ਚੈਲੰਜ ਕਰ ਰਿਹਾ? ਇਹਨਾਂ ਦੇ ਹੋਰ ਜਿਹੜੇ ਸਾਥੀਗਣ ਨੇ ਪਰ ਸਾਨੂੰ ਹਰ ਕਚਹਿਰੇ ਜਾ ਕੇ ਗੁਨਾਹਗਾਰ ਨਾ ਬਣਾਇਆ ਜਾਵੇ। ਹੁਣ ਮੈਂ ਉੱਪਰ ਚੜ ਰਿਹਾ ਸੀ ਇਹ ਮੇਰੇ ਬਹੁਤ ਪਿਆਰੇ ਦੋਸਤ ਹੈ ਯੰਗ ਮੁੰਡੇ ਹੈ ਮੈਨੂੰ ਇਹ ਲੱਗਦਾ ਕਿ ਪ੍ਰੋਫੈਸਰ ਤਾਂ ਪੜ੍ਹੇ ਲਿਖੇ ਸਮਝਦਾਰ ਬੰਦੇ ਮੈਂ ਉੱਪਰ ਚੜ ਰਿਹਾ ਮੈਨੂੰ ਇੰਨੇ ਭੀੜ 'ਚ ਦੱਸ ਰਿਹਾ ਸੀ ਗੱਲ ਕਰਨੀ ਮੈਂ ਜਦੋਂ ਆਪਦਾ ਸਮਾਪਤ ਕਰ ਲਵਾਂਗਾ ਮੈਨੂੰ ਇਹ ਦੱਸਣ ਮੈਂ ਜ਼ਰੂਰ ਮਿਲਾਂਗਾ। ਉਹਨਾਂ ਨੇ ਫੜ ਕੇ ਉਹ ਮਿਲ ਗਏ ਯਾਰ ਜੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਇਦਾਂ ਹੀ ਹੋਏਗਾ ਤਾਂ ਇਹ ਦੋਸਤ ਇਹ ਦੇਸ਼ ਨਹੀਂ ਬੇਨਤੀ ਤੁਰੇ ਜਾਂਦੇ ਨੂੰ ਨਹੀਂ ਹੁੰਦੀ ਛੋਟੇ ਵੀ ਡੈਲੀਗੇਸ਼ਨ ਨੋ ਤੁਸੀਂ ਇਹ ਕਿਹਾ ਵੀ ਮੈਂ ਰਾਜਾ ਵੜਿੰਗਾ ਹਾਂ ਮੈਂ ਸੁਣ ਲਈ ਮੈਂ ਜਿਹੜੀ ਤੁਸੀਂ ਗੱਲ ਹੁਣ ਮੇਰਾ 15 ਮਿੰਟ ਲਵਾਏ ਹੈ ਤੁਸੀਂ ਆਪਦੀ 1 ਮਿੰਟ ਤੁਸੀਂ ਯੰਗ ਮੁੰਡੇ ਹੋ ਵੋਟਾਂ ਦਾ ਸਮਾਂ ਹੈ। ਹਾਂਜੀ ਅਸੀਂ ਤੁਹਾਡੀ ਗੱਲ ਸੁਣ ਲਈ ਤੇ ਤਿਆਰ ਹੈ ਪਰ ਤੁਹਾਡਾ ਸਟਾਈਲ ਕੀ ਹੈ ਤੁਰੇ ਜਾਂਦੇ ਨੂੰ 1 ਮਿੰਟ ਗੱਲ ਸੁਣੀ ਬਾਈ ਮੈਂ ਕੁਝ ਗੱਲ ਕਰਨੀ ਚਲੋ ਪਿਆਰ ਨਾਲ ਪਰ ਇਹ ਹੁਣ ਸਾਡਾ ਅੱਜ ਮੁੱਦਾ ਹੀ ਨਹੀਂ ਹੈ। ਦੱਸੋ ਬਈ ਪੱਤਰਕਾਰ ਭਰਾਓ 20 ਤਰੀਕ ਤੋਂ ਪਹਿਲਾਂ ਮੈਂ ਕਿਤੇ ਦਖਲ ਦੇ ਸਕਦਾ ਤੁਹਾਨੂੰ ਪੁੱਛਣਾ ਚਾਹੁੰਦਾ ਜਨਾਬ ਤੁਸੀਂ ਸਵਾਲ ਪੁੱਛ ਰਹੇ ਹੋ ਮੇਰੇ ਕੋਲ ਇਹਦਾ ਜਵਾਬ ਹੈਗਾ ਮੇਰੇ ਕੋਲ ਇਹਦਾ ਜਵਾਬ ਤੁਸੀਂ ਕੀ ਕੱਲ ਸਾਡਾ ਫਰੰਟ ਕੱਲ ਪ੍ਰਗਟ ਸਿੰਘ ਨੂੰ ਮਿਲ ਕੇ ਆਇਆ ਜਿਹੜੇ ਸਾਡੇ ਸਿੱਖਿਆ ਮੰਤਰੀ ਰਹੇ ਨੇ ਉਹਨਾਂ ਨੇ ਜਦੋਂ ਗੱਲ ਸੁਣ ਲਈ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ ਸਰ ਪਰ ਜਨਤਾ ਨੂੰ ਬੇਨਤੀ ਹੈ ਛੋਟੇ ਵੀਰ ਜਨਤਾ ਨੂੰ ਬੇਨਤੀ ਹੈ ਕਿ ਜਨਤਾ ਔਰ ਪੜ੍ਹੇ ਲਿਖੇ ਬੰਦੇ ਗੱਲ ਆਪਦੀ ਤਰੀਕੇ ਨਾਲ ਦੱਸਣ ਨਾ ਕਿ ਡਰਾਉਣ ਮੇਰੀ ਬੇਨਤੀ ਹੈ ਸਰ ਅਸੀਂ 3 ਪੇਜ ਲੈ ਕੇ ਖੜੇ ਆ ਵੀ ਭੇਜ ਲਓ ਇਸ ਗੱਲ ਦਾ ਬਹੁਤ ਪਿਆਰ ਨਾਲ ਦੇਖੋ ਅਸੀਂ ਭਰਤੀ ਕਰਤੀ ਹੁਣ ਨਹੀਂ ਭਰਤੀ ਕਰਤੀ
ਤੁਸੀਂ ਲੈ ਕੇ ਇਦਾਂ ਅਸੀਂ ਵੀ ਇਨਸਾਨ ਹੈ, ਸਾਨੂੰ ਵੀ ਕਦੇ ਕਦੇ ਉਹ ਗੱਲ ਹੁੰਦੀ ਹੈ। ਸਰ ਸਾਡੀ ਇਹਦੇ ਵਿੱਚ ਮੰਗ ਤੁਸੀਂ ਆਪ ਪਹਿਲੀ ਪੜ੍ਹ ਲਓ ਵੀ ਹਾਈ ਕੋਰਟ ਦੇ ਵਿੱਚ ਭਾਵੇਂ ਕੇਸ ਚੱਲ ਰਿਹਾ ਪਰ ਉਹਦੀ ਸੁਣਵਾਈ ਨਹੀਂ ਹੋ ਰਹੀ ਚੱਜ ਨਾਲ। ਸਾਨੂੰ ਸਾਡੀ ਮਜਬੂਰੀ ਹੈ ਇਹ। ਸਾਹਿਬ ਦਾ ਕੀ ਕਸੂਰ ਸੁਝਾਅ ਹੈ? ਦੇ ਦਿਓ ਵੀ ਕਿੱਦਾਂ ਅਸੀਂ ਮੈਂ ਸੁਝਾਅ ਦੇ ਪ੍ਰਗਟ ਸਿੰਘ ਨੂੰ ਕਰਾਂ ਦੱਸੋ। ਸਰ ਪ੍ਰਗਟ ਸਿੰਘ ਨੇ ਆਪ ਵੀ ਕਿਹਾ ਸੀ ਹਜੇ ਤੱਕ ਉਧਰੋਂ ਵੀ ਜਵਾਬ ਨਹੀਂ ਆ ਵੀ ਏਜੀ ਨਾਲ ਪਰਸਨਲੀ ਕੰਸਲਟ ਕਰਾਂਗੇ ਉਹਦੇ ਵਿੱਚ। ਸਰਕਾਰੀ ਵਕੀਲ ਉੱਥੇ ਪੇਸ਼ ਹੋ ਰਿਹਾ ਬ੍ਰਦਰ, ਕੋਈ ਵੀ ਤਰੀਕ ਜਦੋਂ ਮਿਲਦੀ ਹੈ ਸਰਕਾਰੀ ਵਕੀਲ ਨੂੰ ਸਟੇਟ ਨੂੰ ਅਗਾਹ ਕਰਕੇ ਉਹਨੂੰ ਪੇਸ਼ ਹੋਣਾ ਪੈਂਦਾ ਹੈ। ਰਾਜਾ ਵੜਿੰਗ ਦਾ ਕੀ ਕਿਰਦਾਰ? ਸਰ ਕਿਰਦਾਰ ਇਹ ਹੈ ਵੀ 10 ਸਾਲ ਵਿਧਾਨ ਸਭਾ ਦੇ ਵਿੱਚ ਮੈਂਬਰ ਰਹੇ ਨੇ ਇਹਨਾਂ ਨੇ। ਬਹੁਤ ਚੰਗੀ ਗੱਲ ਆ ਵੀ ਸਰ 5 ਸਾਲ ਹੁਣ ਸਰਕਾਰ ਚ ਰਿਹਾ ਸਰ ਭੁੱਲ ਗਿਆ ਵਿਧਾਨ ਸਭਾ ਦੇ ਮੈਂਬਰ ਕਹਿ ਰਹੇ ਹੋ, ਵਿਧਾਨ ਸਭਾ ਦਾ ਮੈਂਬਰ ਸਰ ਐਮਐਲਏ ਰਹੇ ਨੇ। ਲੈ ਜਾਓ ਸਰ, ਮਿਹਰਬਾਨੀ ਸਰ। ਠੀਕ ਹੈ ਭਾਈ, ਕੋਈ ਗੱਲ ਤਾਂ ਮੰਗ ਤਾਂ ਜੋ ਤੇਰੀ ਗੱਲ ਹੈ ਸਰ ਸਾਡੀ ਪਹਿਲਾਂ ਗੱਲ ਨਹੀਂ ਸੁਣੀ। ਅਸੀਂ ਆਹ ਟਰਾਲੀ ਖੜੀ ਹੈ ਪਿੱਛੇ, ਅਸੀਂ ਸਿਰਫ ਮੰਗ ਪੱਤਰ ਲੈ ਕੇ ਖੜੇ ਸੀਗੇ ਉੱਥੇ, ਅਸੀਂ ਸਿਰਫ ਦਿਖਾ ਰਹੇ ਸੀ। ਇਹ ਕਹਿੰਦੇ ਵੀ ਸਾਡੇ ਨਾਲ ਮਤਲਬ ਪੜ੍ਹੇ ਲਿਖੇ ਬੰਦੇ ਗੁੰਡਾਗਰਦੀ ਕਰਦੇ ਆਏ ਆ। ਜੇ ਕਿਸੇ ਬੰਦੇ ਨੇ ਵੀ ਦੇਖਿਆ ਹੋਵੇ ਉਹ ਇੱਥੇ ਆ ਕੇ ਆ ਪਬਲਿਕ ਸਾਰੀ ਖੜੀ ਆ, ਕੋਈ ਵੀ ਦੱਸ ਦੇ। ਇਹਨਾਂ ਨੇ ਆਇਆ ਕਿ ਵੀ ਰਾਜਾ ਵੜਿੰਗ, ਸੌਰੀ ਬਾਈ ਮੈਂ ਦੱਸ ਰਿਹਾ ਵੀ ਰਾਜਾ ਵੜਿੰਗ ਗੱਲ ਸੁਣ। ਅਸੀਂ ਕਦੋਂ ਕਿਹਾ? ਅਸੀਂ ਕਿਹਾ ਰਾਜਾ ਜੀ ਸਾਡੀ ਇੱਕ ਬੇਨਤੀ ਆ, 1 ਮਿੰਟ ਸਾਨੂੰ ਦੇ ਦਿਓ, ਅਸੀਂ ਗੱਲ ਕਰਨੀ ਆ। ਕਿ ਮੈਂ 1 ਸਕਿੰਟ ਦੇ ਵਿੱਚ ਗੱਲ ਸਮਝ ਲੈਣਾ ਹੁੰਨਾ। ਮੈਂ ਰਾਜਾ ਵੜਿੰਗਾ, ਮੈਂ 1 ਮਿੰਟ ਦੇ ਵਿੱਚ ਗੱਲ ਸਮਝ ਜਾਣਾ ਵੀ ਭਰਤੀ ਪੂਰੀ ਨਹੀਂ ਹੋਈ। ਮੈਂ ਕਿਹਾ ਸਰ ਭਰਤੀ ਨਹੀਂ ਪੂਰੀ ਹੋਈ ਇਹ ਵੀ ਅਸੀਂ ਕਹਿ ਰਹੇ ਹਾਂ, ਪਰ ਅਗਲੀ ਗੱਲ ਇਹ ਆ ਵੀ ਕਾਨੂੰਨੀ ਪੈਰਵਾਈ ਉਹਦੀ ਚੱਜ ਨਾਲ ਕਰੋ। ਕੋਰਟ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਆ ਉਹਨੂੰ ਤਿਆਰ ਕਰੋ, ਆਪਦਾ ਪੱਖ ਮਜ਼ਬੂਤ ਕਰੋ। ਅਸੀਂ ਸਬੂਤ ਦੇਣ ਨੂੰ ਤਿਆਰ ਆ, ਭਰਤੀ ਸਿਰੇ ਚਾੜੋ। ਆਮ ਲੋਕਾਂ ਦੇ ਵਿੱਚੋਂ ਹੀ ਜਿਹੜੇ ਲੋਕ ਆ ਜਿਹੜੇ ਵਿੱਚੋਂ ਆਬਜੈਕਸ਼ਨ ਲੈਂਦੇ ਪਏ ਆ, ਜਿਨ੍ਹਾਂ ਦੇ ਕਰਕੇ ਸਟੇ ਲਿਆ ਗਿਆ, ਤੁਹਾਨੂੰ ਲੱਗ ਰਹੀ ਗੱਲ ਵਾਜਬ ਆ ਇਹ? ਸਰ ਜਿਹੜੀ ਮੈਂ ਤੁਹਾਨੂੰ ਦੱਸਦਾ 26 ਸਾਲ ਹੋ ਗਏ 25 ਸਾਲ ਹੋ ਗਏ ਹਨਾ, ਭਰਤੀ ਨਹੀਂ ਆਈ। ਇਹਨਾਂ ਨੇ ਇਹ ਕਿਹਾ ਸੀ 45 ਦਿਨਾਂ ਦੇ ਵਿੱਚ ਭਰਤੀ ਪੂਰੀ ਕਰਾਂਗੇ। ਇੰਨੀ ਕਾਲ ਦੇ ਵਿੱਚ ਗਲਤੀਆਂ ਛੱਡਣਗੇ ਕਿ ਨਹੀਂ ਛੱਡਣਗੇ? ਅੱਜ ਜਿਹੜਾ ਸਰਕਾਰ ਨੇ ਜਿਹੜੀ ਭਰਤੀਆਂ ਹੁਣ ਚੰਨੀ ਸਾਹਿਬ ਦੇ ਆਉਣ ਤੋਂ ਬਾਅਦ ਇਹ ਵੀੜਾ ਚੱਕਿਆ ਗਿਆ। ਹਾਂਜੀ। 5 ਸਾਲ ਹੋ ਗਏ ਆਪਾਂ ਨੂੰ ਸਟਰਗਲ ਕਰਦਿਆਂ ਨੂੰ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਜੇ ਐਂਡ ਤੇ ਆ ਕੇ ਗੱਲ ਹੀ ਤੇ ਸਟੇ ਲੈ ਲਿਆ ਗਿਆ। ਹਾਂਜੀ ਸਰ 5 ਸਾਲ ਤਾਂ ਥੋੜੇ ਗਏ ਆ, ਤੁਸੀਂ 25 ਸਾਲ ਤੋਂ ਕਹਿ ਰਿਹਾ। ਮੈਂ 25 ਸਾਲ ਤੋਂ ਭਰਤੀ ਨਹੀਂ ਹੋਈ। 5 ਸਾਲ ਇਹਨਾਂ ਦੇ, ਪਿਛਲੇ 10 ਅਕਾਲੀਆਂ ਦੇ, ਉਦੋਂ 5 ਸਾਲ ਫੇਰ ਇਹਨਾਂ ਦੇ। ਸਾਰੀਆਂ ਇਹਦੇ ਵਿੱਚ ਆਉਣਗੇ, ਸਾਰੇ ਵਿੱਚ ਗਿਣੇ ਜਾਣਗੇ। ਕੀ ਲੱਗਦਾ ਪੁਲਿਸ ਦੀ ਜਿਹੜੀ ਭਰਤੀ ਆ ਉਹ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਦੇ ਵਿੱਚ? ਕਿਉਂ ਹਰ ਸਾਲ ਜਿਹੜੀ ਪੁਲਿਸ ਦੀ ਭਰਤੀ ਕੱਢੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਲੈ ਲਈਆਂ ਜਾਂਦੀਆਂ, ਤੇ ਐਤਕੀ ਤਾਂ ਜਿਹੜੀ ਪੁਲਿਸ ਦੀ ਭਰਤੀ ਵੀ ਰੱਦ ਹੋ ਗਈ। ਸਰ ਭਰਤੀ ਕੋਈ ਸਿਰੇ ਨਹੀਂ ਚੜੀ, ਭਰਤੀ ਕੋਈ ਸਿਰੇ ਨਹੀਂ ਚੜੀ ਯਾਰ। ਅਸੀਂ ਪੜ੍ਹਦੇ ਆ ਬਾਈ, ਸਾਡੇ ਮਾਪਿਓ ਸਾਨੂੰ ਪੜ੍ਹਾਉਂਦੇ ਆ, ਉਹਨਾਂ ਨੂੰ ਪਤਾ ਉਹ ਕਿਵੇਂ ਪੜ੍ਹਾਉਂਦੇ ਆ। ਕੋਈ ਕਰਜ਼ਾ ਚੱਕ ਕੇ ਪੜ੍ਹਾਉਂਦਾ, ਕੋਈ ਕਿਵੇਂ ਆਪਦਾ ਪੜ੍ਹਾਉਂਦਾ। ਜਦੋਂ ਅਸੀਂ ਪੜ੍ਹ ਗਏ, ਅਸੀਂ ਜਿਹੜਾ ਮਰਜ਼ੀ ਰੁਜ਼ਗਾਰ ਕਰਨਾ ਚਾਹੀਏ, ਸਾਨੂੰ ਰੁਜ਼ਗਾਰ ਚਾਹੀਦਾ। ਭਰਤੀ ਹਰ ਤਰ੍ਹਾਂ ਦੀ ਆਉਣੀ ਚਾਹੀਦੀ ਹੈ। ਅਸੀਂ ਕਿਸੇ ਭਰਤੀ ਦੇ ਖਿਲਾਫ ਨਹੀਂ ਹੈਗੇ। ਭਰਤੀ ਆਵੇ, ਭਰਤੀ ਸਿਰੇ ਚੜੇ, ਜਵਾਨਾਂ ਨੂੰ ਰੁਜ਼ਗਾਰ ਮਿਲੇ। ਇੱਕ ਵੈਲਵੇ ਨਾਲ ਤੁਹਾਡੇ ਨਾਲ ਗੱਲ ਹੋਈ ਆ ਰਾਜਾ ਜੀ ਦੀ, ਇਸ ਵੇਲੇ ਸੈਟੀਸਫਾਈਡ ਆ ਉਹਨਾਂ ਨੇ ਜੋ ਤੁਹਾਨੂੰ ਵਿਸ਼ਵਾਸਨ ਦਿੱਤਾ? ਚਲੋ ਅਸੀਂ ਇਹ ਸ਼ੁਕਰੀਆ ਕਹਿੰਦੇ ਆ ਵੀ ਚਲੋ ਸਾਡਾ ਮੰਗ ਪੱਤਰ ਉਹਨਾਂ ਨੇ ਸਵੀਕਾਰ ਕਰਿਆ, ਗੱਲ ਸੁਣੀ ਆ। ਪਰ ਉਹ ਇਸ ਲਈ ਕਿਉਂਕਿ ਅਸੀਂ ਇੱਥੇ ਖੜੇ ਆ, ਪਬਲਿਕ ਦਾ ਪ੍ਰੋਬਲਮ ਇਹਨਾਂ ਨੇ ਬਾਈਆਂ ਨੇ ਆਪ ਆਵਾਜ਼ ਮਾਰ ਪਰ ਸੱਦਿਆ ਵੀ ਇਹਨਾਂ ਦੀ ਗੱਲ ਸੁਣੋ। ਸੈਟੀਸਫਾਈ ਅਸੀਂ ਉੱਤੇ ਹੋਵਾਂਗੇ ਜਿੱਦੇ ਮੈਂ ਆਪ ਕਲਾਸ 'ਚ ਪੜਾਉਣ ਜਾਊਂਗਾ, ਨਿਆਣਿਆਂ ਨੂੰ ਪੜ੍ਹਾ ਕੇ ਕਲਾਸ 'ਚੋਂ ਬਾਹਰ ਨਿਕਲੂੰਗਾ, ਮੈਂ ਸੈਟੀਸਫਾਈ ਉੱਤੇ। ਕਿਹੜਾ ਰਾਜਾ ਵੜਿੰਗ ਤੁਹਾਡਾ ਇਹ ਕੰਮ ਕਰਵਾ ਸਕਦੇ ਆ? ਸਰ ਕੋਈ ਵੀ ਬੰਦਾ ਜੇ ਸੁਹਿਰਦਤਾ ਨਾ ਚਾਹੇ ਇਹ ਕੰਮ ਹੋ ਸਕਦਾ। ਰਾਜਾ ਪਾਵਰਫੁਲ ਲੀਡਰ ਕੋਈ ਨੇ, ਵੀ ਕੰਮ ਕਰਾ ਸਕਦਾ, ਕਿਉਂਕਿ ਇਹ ਪੰਜਾਬ ਦੀ ਹਾਇਰ ਐਜੂਕੇਸ਼ਨ ਦਾ ਮੁੱਦਾ। ਠੀਕ ਆ, ਸਾਨੂੰ ਹੁਣ ਪੜ੍ਹਦਿਆਂ ਨੂੰ ਇੰਨੇ ਸਾਲ ਹੋ ਗਏ। ਪੜ੍ਹ ਕੇ ਅਸੀਂ ਜਦੋਂ ਕਲਾਸਾਂ 'ਚ ਜਾਵਾਂਗੇ ਤਾਂ ਅਸੀਂ ਉੱਥੇ ਆਪਣਾ ਜਾ ਕੇ ਜਿਹੜਾ ਹਾਇਰ ਐਜੂਕੇਸ਼ਨ ਦੀ ਗੱਲ ਕਰਨੀ ਆ। ਅੱਜ ਤੱਕ ਕਿਸੇ ਵੀ ਸਰਕਾਰ ਨੇ ਹਾਇਰ ਐਜੂਕੇਸ਼ਨ ਨੂੰ ਮੁੱਦਾ ਹੀ ਨਹੀਂ ਬਣਾਇਆ। ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਸਾਡਾ ਗੁਆਂਢੀ ਸੂਬਾ ਹਰਿਆਣਾ 170 ਕਾਲਜਾਂ ਸਰਕਾਰੀ। ਪ੍ਰਗਟ ਸਿੰਘ ਜੀ ਆਏ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਪੱਤਰਕਾਰ ਵੀਰਾਂ ਨੂੰ ਅਸੀਂ ਜਿਹੜਾ ਵੀ ਕਹਿੰਦੇ ਆ ਕਿ ਤੁਸੀਂ ਮਿਲੋ, ਤੇ ਨਾਲ ਜਿਹੜੇ ਇਹਨਾਂ ਲੋਕਾਂ ਨੂੰ ਜਿਹੜੇ ਜਗ੍ਹਾ ਜਗ੍ਹਾ ਧਰਨੇ ਲਾਉਂਦੇ, ਇਹਨਾਂ ਦਾ ਸਹੀ ਰਵੱਈਆ ਨਹੀਂ ਹੈਗਾ, ਇਹ ਤਰੀਕਾ ਸਹੀ ਨਹੀਂ ਹੈਗਾ। ਤੁਸੀਂ ਕਿਸੇ ਤਰੀਕੇ ਨਾਲ ਬੈਠੋ। ਸਰ ਰਵੱਈਏ ਦੀ ਮੈਂ ਤੁਹਾਨੂੰ ਗੱਲ ਦੱਸਾਂ, ਨਵਾਂ ਜਿਹੜਾ ਢੰਗ ਹੈਗਾ ਉਹ ਲੈ ਕੇ ਆਓ, ਜਿਹਦੇ ਨਾਲ ਅਸੀਂ ਇਹਨਾਂ ਨੂੰ ਆਪਣੀ ਜਿਹੜੀ ਗੱਲ ਸਮਝਾ ਸਕੀਏ। ਤੁਸੀਂ ਉਹਨਾਂ ਨੂੰ ਸਮਝਾਉਣ ਦੇ ਵਿੱਚ ਜਿਹੜੇ ਕਾਮਯਾਬ ਨਹੀਂ ਹੋਏ। ਸਰ ਮੈਂ ਤੁਹਾਨੂੰ ਆ ਭਰਤੀ ਦੇ ਸੰਬੰਧ ਦੱਸ ਦਿੰਦਾ। ਰਵੱਈਆ ਕੀ ਰਿਹਾ? ਭਰਤੀ ਦਾ ਇਸ਼ਤਿਹਾਰ ਛਪਿਆ ਅਕਤੂਬਰ ਮਹੀਨੇ ਦੇ ਵਿੱਚ। ਅਸੀਂ ਵੇਖਿਆ, ਸਾਨੂੰ ਚੜ੍ਹ ਗਿਆ ਚਾਹ ਵੀ ਹੁਣ ਅਸੀਂ ਭਰਤੀ ਹੋਵਾਂਗੇ, ਅਸੀਂ ਕੰਪੀਟ ਕਰਾਂਗੇ, ਸਾਡੀਆਂ ਡਿਗਰੀਆਂ ਦਾ ਮੁੱਲ ਪਊਗਾ। ਉਸ ਤੋਂ ਬਾਅਦ ਨਵੰਬਰ ਮਹੀਨੇ ਦੇ ਐਂਡ 'ਚ ਟੈਸਟ ਹੋਇਆ, ਅਸੀਂ ਟੈਸਟ ਦਿੱਤਾ। ਟੈਸਟ ਦਿਆ, ਉਸ ਤੋਂ ਬਾਅਦ ਸਕਰੂਟਨੀ ਹੋਈ, ਅਸੀਂ ਡਾਕੂਮੈਂਟ ਵੈਰੀਫਿਕੇਸ਼ਨ ਤੇ ਗਏ। ਉਸ ਤੋਂ ਬਾਅਦ ਸਾਡੇ ਰਿਜ਼ਲਟ ਆਏ। ਸਾਡੀ ਮਤਲਬ ਪੰਜਾਬੀ ਹਿੰਦੀ ਦਾ ਤਾਂ ਚਲੋ ਹਜੇ ਸਿਲੈਕਸ਼ਨ ਲਿਸਟਾਂ ਵੀ ਨਹੀਂ ਪਈਆਂ। ਅਸੀਂ ਉਡੀਕ ਕੀਤੀ ਵੀ ਸਾਨੂੰ ਜੁਆਇਨਿੰਗ ਲੈਟਰ ਮਿਲਣਗੇ। 600-700 ਬੰਦੇ ਨੂੰ ਜੁਆਇਨਿੰਗ ਲੈਟਰ ਮਿਲ ਗਿਆ। ਉਹਨਾਂ ਨੇ ਉਡੀਕ ਕੀਤੀ ਸਾਨੂੰ ਸਟੇਸ਼ਨ ਮਿਲਣਗੇ। ਬਹੁਤ ਥੋੜੇ ਬੰਦੇ ਨੂੰ ਸਟੇਸ਼ਨ ਮਿਲੇ। ਸਟੇਸ਼ਨ ਤੇ ਪੜਾਉਣ ਗਏ ਬਹੁਤ ਥੋੜੇ ਬੰਦੇ, ਜਿਨ੍ਹਾਂ ਕੋਲ ਜੁਆਇਨਿੰਗ ਲੈਟਰ ਹੈ ਉਹਨਾਂ ਨੂੰ ਸਟੇਸ਼ਨ ਨਹੀਂ ਮਿਲੇ। ਜਿਹੜੇ ਬੰਦਿਆਂ ਦਾ ਰਿਜ਼ਲਟ ਆ ਗਿਆ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ। ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੀਆਂ ਸਿਲੈਕਸ਼ਨ ਲਿਸਟਾਂ ਨਹੀਂ ਪਈਆਂ।
ਅਸੀਂ ਉਹਨਾਂ ਨੂੰ ਮਿਲਣ ਗਏ, ਉਹ ਕਹਿੰਦੇ ਮੈਂ ਕਰ ਰਿਹਾ। ਜਦੋਂ ਅਸੀਂ DPI ਦਫ਼ਤਰ ਵੀ ਗਏ, ਪ੍ਰਗਟ ਸਿੰਘ ਜੀ ਨੂੰ ਵੀ ਮਿਲੇ, ਉਹ ਕਹਿੰਦੇ ਅਸੀਂ ਕਰ ਰਹੇ ਹਾਂ। ਠੀਕ ਆ, ਅਸੀਂ ਫੇਰ ਵੇਟ ਕੀਤੀ। ਅੰਤ ਨੂੰ ਜਦੋਂ ਤਰੀਕ ਤੇ ਤਰੀਕ ਪਈ ਤੇ ਹਾਈ ਕੋਰਟ ਦੇ ਜੱਜ ਨੇ ਇਹ ਕਿਹਾ ਵੀ ਜਿੰਨੀਆਂ ਵੀ ਰਿਟ ਪਟੀਸ਼ਨਾਂ ਪਈਆਂ, ਕਿਉਂਕਿ ਉਹਨਾਂ ਨੇ ਸਾਰੀਆਂ ਰਿਟ ਪਟੀਸ਼ਨਾਂ ਕਲੱਬ ਕਰਕੇ ਸੁਣਵਾਈ ਕਰਨੀ ਸੀ, ਲਗਾਤਾਰ 5-7 ਸੁਣਵਾਈਆਂ ਹੋ ਗਈਆਂ। ਬਸ 1 ਮਿੰਟ 'ਚ ਗੱਲ ਖਤਮ ਕਰਦਾ। ਉਹਨਾਂ ਨੇ ਕਿਹਾ ਵੀ ਪ੍ਰਤੀ ਰਿਟ ਪਟੀਸ਼ਨ 50,000 ਰੁਪਏ ਸਰਕਾਰ ਨੂੰ ਜੁਰਮਾਨਾ ਪਊਗਾ। ਉਦੋਂ ਬਾਅਦ ਜਾ ਕੇ ਸਾਨੂੰ ਸ਼ੱਕ ਹੋਇਆ ਵੀ ਸਰਕਾਰ ਚੱਜ ਨਾਲ ਉੱਥੇ ਪੈਰਵਾਈ ਨਹੀਂ ਕਰ ਰਹੀ। ਫਿਰ ਉਦੋਂ ਬਾਅਦ ਅਸੀਂ ਮੰਗ ਪੱਤਰ ਦੇਣੇ ਸ਼ੁਰੂ ਕੀਤੇ। ਤੁਹਾਨੂੰ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਦੇਖ ਰਿਹਾ? ਸਰ ਹੁਣ ਤੁਸੀਂ ਆਪ ਹੀ ਸਮਝਦਾਰ ਹੋ, ਸੀ ਇੰਨੇ ਚਿਰ ਤੋਂ ਜੋ ਗੱਲ ਕੀਤੀ ਆ ਵੀ ਨੀਅਤ ਵਿੱਚ ਖੋਟ ਹੈ ਕਿ ਨਹੀਂ। ਜੇ ਹੈਗੀ ਆ ਉਹਨੂੰ ਸੁਧਾਰ ਲੈਣ, ਜੇ ਕਹਿੰਦੇ ਆ ਕਿ ਨੀਤ 'ਚ ਖੋਟ ਹੈ ਨਹੀਂ, ਭਰਤੀ ਸਿਰੇ ਚੜਾ ਦੇਣ, ਮਸਲਾ ਹੱਲ ਆ।